हेलो फ्रेंड्स, दिस इज हरविंदर सिंह एंड वेलकम टू द YouTube ਚੈਨਲ ਸਪੋਰਟ ਫॉर ਐਜੂਕੇਸ਼ਨ। ਅਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ PSEB ਕਲਾਸ 12th ਜਨਰਲ ਇੰਗਲਿਸ਼ ਦੇ ਸੈਕਸ਼ਨ C ਤੋਂ ਮੋਸਟ ਇੰਪੋਰਟੈਂਟ ਲੌਂਗ ਕੁਐਸਚਨ ਆਨਸਰਸ। ਤੇ ਦੋਸਤੋ, ਇਸ ਤੋਂ ਪਹਿਲਾਂ ਅਸੀਂ ਸੈਕਸ਼ਨ A ਦੇ ਮੋਸਟ ਇੰਪੋਰਟੈਂਟ ਕੁਐਸਚਨ ਆਨਸਰਸ ਦੀ ਵੀਡੀਓ ਬਣਾ ਚੁੱਕੇ ਹਾਂ ਤੇ ਆਪ ਸਾਰੇ ਵਿਦਿਆਰਥੀ ਉਸ ਵੀਡੀਓ ਨੂੰ ਵੀ ਜ਼ਰੂਰ ਦੇਖਣਾ। ਤੇ ਇਸ ਤੋਂ ਇਲਾਵਾ ਅਸੀਂ ਆਪਣੇ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਮਾਡਲ ਟੈਸਟ ਪੇਪਰਸ ਵੀ ਸੋਲਵ ਕੀਤੇ ਹਨ ਇੰਗਲਿਸ਼ ਦੇ, ਤੇ ਉਹ ਵੀਡੀਓਜ਼ ਵੀ ਜ਼ਰੂਰ ਦੇਖਣਾ। ਆਓ ਸ਼ੁਰੂ ਕਰਦੇ ਹਾਂ। ਤੇ ਸਭ ਤੋਂ ਪਹਿਲਾ ਪ੍ਰਸ਼ਨ ਹੈ, ਫਰਸਟ ਕੁਐਸਚਨ ਹੈ, ਗਿਵ ਅ ਬਰੀਫ ਕੈਰੈਕਟਰ ਸਕੈਚ ਆਫ ਮਿਸ ਬੀਮ। ਤੇ ਇਸ ਵਿੱਚ ਅਸੀਂ ਮਿਸ ਬੀਮ ਦੇ ਬਾਰੇ ਲਿਖਣਾ ਹੈ ਤੇ ਚੈਪਟਰ ਦਾ ਨਾਮ ਹੈ ਸਕੂਲ ਫॉर ਸਿੰਪੈਥੀ। ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ, ਮਿਸ ਬੀਮ ਵਾਸ ਅ ਮਿਡਲ ਏਜਡ authoritative kind and understanding lady. She runs a school with a purpose to instill empathy in her students. The students were not burdened with heavy academic studies. They were taught simple language and mathematical skills. Every child in her school had one blind day, one deaf day, one maimed day, and one dumb day. On these days, students get an idea of discomfort of handicapped persons and they develop a feeling of sympathy towards such people. ਤੇ ਕੀ ਹੁੰਦਾ ਸੀਗਾ, ਕੀ ਦੱਸਿਆ ਗਿਆ ਕਿ ਜਿਹੜੀ ਮਿਸ ਬੀਮ ਹੈ ਉਹ ਅਧਿਕੜ ਉਮਰ ਦੀ ਮਿਡਲ ਏਜ ਅਥਾਰਟੇਟਿਵ ਡੋਮੀਨੇਟਿੰਗ ਮੀਨਸ ਕਿ ਅਥਾਰਟੀ ਰੱਖਣ ਵਾਲੀ, ਕਾਈਂਡ ਨੇਕ ਤੇ ਅੰਡਰਸਟੈਂਡਿੰਗ ਲੋਕਾਂ ਦੀ ਗੱਲ ਸਮਝਣ ਵਾਲੀ ਲੇਡੀ ਸੀ। ਤੇ ਉਹ ਇੱਕ ਸਕੂਲ ਚਲਾਉਂਦੀ ਸੀ ਕਿਤੇ ਉਹ ਸਕੂਲ ਵਿੱਚ ਜਿਹੜੀ ਐਮਪੈਥੀ ਹੈ, ਜਿਹੜੀ ਲੋਕਾਂ ਦਾ ਜਿਹੜੀ ਕਿ ਨੇਕ ਭਾਵਨਾ ਹੈ, ਉਹ ਸਟੂਡੈਂਟਸ ਵਿੱਚ ਡਿਵੈਲਪ ਹੋ ਪਾਏ। ਤੇ ਜਿਹੜੇ ਸਟੂਡੈਂਟਸ ਨੂੰ ਮੀਨਸ ਕਿ ਹੈਵੀ ਅਕੈਡਮਿਕ ਸਟੱਡੀਜ਼ ਨਾਲ ਉਹਨਾਂ ਤੇ ਬਰਡਨ, ਉਹਨਾਂ ਤੇ ਪ੍ਰੈਸ਼ਰ ਨਹੀਂ ਸੀ ਪਾਇਆ ਜਾਂਦਾ। ਉਹਨਾਂ ਨੂੰ ਸਿੰਪਲ ਲੈਂਗੁਏਜ ਅਤੇ ਮੈਥਮੈਟੀਕਲ ਸਕਿੱਲਸ ਸਿਖਾਈਆਂ ਜਾਂਦੀਆਂ ਸਨ। ਤੇ ਹਰ ਬੱਚੇ ਵਾਸਤੇ ਇੱਕ ਬਲਾਈਂਡ ਡੇ ਹੁੰਦਾ ਸੀਗਾ, ਇੱਕ ਡੈਫ ਡੇ ਹੁੰਦਾ ਸੀਗਾ, ਇੱਕ ਮੇਮ ਡੇ ਹੁੰਦਾ ਸੀਗਾ, ਇੱਕ ਡਮ ਡੇ ਹੁੰਦਾ ਸੀਗਾ। ਤੇ ਉਹਨਾਂ ਨੂੰ ਹੈਂਡੀਕੈਪ ਪਰਸਨਸ ਵਾਂਗ ਰਹਿਣਾ ਪੈਂਦਾ ਸੀਗਾ। ਤੇ ਉਹਨਾਂ ਦਿਨਾਂ ਵਿੱਚ ਉਹਨਾਂ ਨੂੰ ਪਤਾ ਲੱਗ ਜਾਂਦਾ ਸੀ ਵੀ ਜਿਹੜੇ ਹੈਂਡੀਕੈਪ ਪਰਸਨ ਹੈ ਉਹ ਕਿਸ ਤਰ੍ਹਾਂ ਉਹਨਾਂ ਨੂੰ ਡਿਸਕੰਫਰਟ ਹੁੰਦਾ ਤੇ ਉਹਨਾਂ ਵਿੱਚ ਸਿੰਪੈਥੀ ਦੀ ਫੀਲਿੰਗ ਆਉਂਦੀ ਹੈ। ਤੇ ਐਂਡ ਵਿੱਚ ਅਸੀਂ ਕਹਿ ਸਕਦੇ ਹਾਂ, ਸੋ ਵੀ ਕੈਨ ਸੇ ਦੈਟ ਮਿਸ ਬੀਮ ਨਾਟ ਓਨਲੀ ਮੇਕਸ ਹਰ ਸਟੂਡੈਂਟਸ ਗੁੱਡ ਸਿਟੀਜ਼ਨ ਬਟ ਆਲਸੋ ਗੁੱਡ ਹਿਊਮਨ ਬੀਇੰਗਸ। ਤੇ ਸਿਰਫ ਗੁੱਡ ਸਿਟੀਜ਼ਨਸ ਹੀ ਨਹੀਂ ਬਣਾਉਂਦੀ ਆਪਣੇ ਸਟੂਡੈਂਟਸ ਨੂੰ, ਬਲਕਿ ਇੱਕ ਚੰਗਾ ਇਨਸਾਨ ਵੀ ਬਣਾਉਂਦੀ ਹੈ। ਤੇ ਹੁਣ ਨੈਕਸਟ ਕੁਐਸਚਨ ਵੀ ਸਕੂਲ ਫॉर ਸਿੰਪੈਥੀ ਚੈਪਟਰ ਤੋਂ ਹੀ ਹੈ। ਵਾਟ ਇਜ਼ ਦ ਥੀਮ ਆਫ ਦ ਲੈਸਨ ਦ ਸਕੂਲ ਫॉर ਸਿੰਪੈਥੀ। ਇਸ ਚੈਪਟਰ ਦੀ ਕੀ ਥੀਮ ਹੈ? ਤੇ ਇਸ ਦਾ ਆਨਸਰ ਅਸੀਂ ਲਿਖ ਸਕਦੇ ਹਾਂ, the lesson is based on the theme that imparting only bookish knowledge should not be the sole aim of the schools। ਵੀ ਸਕੂਲ ਦਾ ਸਿਰਫ ਇਹੀ ਏਮ ਨਹੀਂ ਹੋਣਾ ਚਾਹੀਦਾ ਵੀ ਬੁਕਿਸ਼ ਨੌਲੇਜ ਹੈ ਜਿਹੜੀ ਕਿ ਬੁੱਕਸ ਵਿੱਚ ਕਿਤਾਬਾਂ ਵਿੱਚ ਅਵੇਲੇਬਲ ਹੈ, ਬਸ ਉਹੀ ਨੌਲੇਜ ਦੇ ਦਿਓ ਸਟੂਡੈਂਟਸ ਨੂੰ। The school should also aim in inculcating qualities like thoughtfulness, humanity and good citizenship among students। की ਇਹ ਵੀ ਜਿਹੜੀ ਕੁਆਲਿਟੀਜ਼ ਹੈ ਉਹ ਵੀ ਬੱਚਿਆਂ ਵਿੱਚ ਆਣੀ ਚਾਹੀਦੀ। ਕਿਹੜੀ ਕੁਆਲਿਟੀਜ਼ ਵੀ? ਹਿਊਮੈਨਿਟੀ, ਚੰਗਾ ਇਨਸਾਨ ਹੋਣਾ ਚਾਹੀਦਾ ਹੈ, ਚੰਗੇ ਨਾਗਰਿਕ ਹੋਣਾ ਚਾਹੀਦਾ ਹੈ ਬੱਚਿਆਂ ਨੂੰ, ਤੇ ਉਹਨਾਂ ਨੂੰ ਦੂਜਿਆਂ ਵਾਸਤੇ ਉਹਨਾਂ ਦੇ ਪ੍ਰਤੀ ਸੋਚ ਹੋਣੀ ਚਾਹੀਦੀ ਹੈ। This is illustrated with the example of school run by Miss Beam। ਤੇ ਅਸੀਂ ਇਹ ਦੇਖਿਆ ਵੀ ਮਿਸ ਬੀਮ ਕਿਸ ਤਰ੍ਹਾਂ ਸਕੂਲ ਚਲਾਉਂਦੀ ਸੀ। The students of our school were not burdened with heavy academic studies. They were taught simple language and mathematical skills. Every child in our school had one blind day, one deaf day, one maimed day. On these days, students get an idea of discomfort of handicapped persons and they develop a feeling of sympathy towards such people. The main achievement of this school is that it produces good citizens with real human heart। ਤੇ ਅਸੀਂ ਪਹਿਲਾਂ ਹੀ ਪਿਛਲੇ ਕੁਐਸਚਨ ਵਿੱਚ ਡਿਸਕਸ ਕਰ ਚੁੱਕੇ ਹਾਂ। ਅਗਲਾ ਕੁਐਸਚਨ ਹੈ, ਜਸਟੀਫਾਈ ਦਾ ਟਾਈਟਲ ਆਫ ਦਾ ਸਟੋਰੀ ਅ ਕਮੇਲੀਅਨ। ਤੇ ਕਮੇਲੀਅਨ ਸਟੋਰੀ ਦਾ ਜਿਹੜਾ ਟਾਈਟਲ ਹੈ ਉਹ ਕੀ ਜਸਟੀਫਾਈਡ ਹੈ, ਉਹ ਠੀਕ ਹੈ ਜਾਂ ਨਹੀਂ, ਇਹ ਦੱਸਣਾ। ਤੇ ਇਸ ਦੇ ਆਨਸਰ ਵਿੱਚ ਅਸੀਂ ਲਿਖ ਸਕਦੇ ਹਾਂ, ਦਾ ਟਾਈਟਲ ਆਫ ਦਾ ਸਟੋਰੀ A chameleon is quite appropriate। ਤੇ ਸਭ ਤੋਂ ਪਹਿਲਾਂ ਅਸੀਂ ਇਹ ਲਿਖ ਸਕਦੇ ਹਾਂ, A chameleon is a creature that changes its color according to its surroundings. In the story, a police superintendent, Ocho Mello, changes his stance like the colors of a chameleon. When Hookin, a goldsmith, tells him that a dog had bitten him, he supports Hookin and announces that he would teach a lesson to the dog owner. When he is told that the dog belongs to General Ziegler, he takes a U-turn and begins to scold Hookin. He reverts back to his initial stance when the policeman hints that the dog did not belong to General. Later, when it is confirmed that the dog belongs to General's brother Vladimir Revenge, he sends the dog back to his master and speaks to Hookin in a threatening tone. He changes his stance as it suits him. So the title of the story is A Chameleon is Justified। ਇਹ ਹੁੰਦਾ ਕਿ ਟਾਈਟਲ ਬਿਲਕੁਲ ਠੀਕ ਹੈ ਕਿਉਂਕਿ ਕੈਮੇਲੀਅਨ ਉਹ ਕ੍ਰੀਏਚਰ ਹੁੰਦਾ ਜੋ ਕਿ ਸਰਾਊਂਡਿੰਗ ਦੇ ਅਕੋਰਡਿੰਗਲੀ ਆਪਣੇ ਕਲਰ ਨੂੰ ਚੇਂਜ ਕਰਦਾ। ਤੇ ਅਸੀਂ ਇਸ ਸਟੋਰੀ ਵਿੱਚ ਵੀ ਦੇਖਿਆ ਜਿਹੜਾ ਪੁਲਿਸ ਸੁਪਰੀਡੈਂਟੈਂਟ ਹੈ ਓਚੋ ਮੈਲੋ, ਉਹ ਵੀ ਆਪਣਾ ਜਿਹੜਾ ਸਟੈਂਸ ਹੈ ਬਾਰ-ਬਾਰ ਚੇਂਜ ਕਰਦਾ। ਜਦੋਂ ਹਰੂਕਿਨ ਜੋ ਕਿ ਇੱਕ ਸੁਨਿਆਰ ਹੈ, ਉਸਨੂੰ ਇੱਕ ਕੁੱਤਾ ਕੱਟ ਲੈਂਦਾ ਹੈ, ਵੱਢ ਲੈਂਦਾ,
ਤੇ ਉਹ ਇਹ ਕਹਿੰਦਾ ਕਿ ਉਸ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਪਰ ਜਦੋਂ ਉਸ ਨੂੰ ਪਤਾ ਲੱਗਦਾ ਹੈ ਕਿ ਇਹ ਜਨਰਲ ਦਾ ਡੌਗ ਹੈ ਤੇ ਉਹ ਆਪਣਾ ਸਟਾਂਸ, ਆਪਣਾ ਜਿਹੜੀ ਪੋਜੀਸ਼ਨ ਉਹ ਬਦਲ ਲੈਂਦਾ, ਆਪਣਾ ਜਿਹੜਾ ਸਟੈਂਡਰਡ ਚੇਂਜ ਕਰ ਲੈਂਦਾ, ਤੇ ਹਰੂਕਿਨ ਨੂੰ ਵੀ ਗੁੱਸੇ ਹੋਣ ਲੱਗ ਪੈਂਦਾ। ਤੇ ਜਦੋਂ ਵਾਪਸ ਕਹਿੰਦਾ ਵੀ ਹਰੂਕਿਨ ਨੂੰ ਮੁਆਵਜ਼ਾ ਮਿਲਣਾ ਚਾਹੀਦਾ, ਜਦੋਂ ਉਸ ਨੂੰ ਇਹ ਲੱਗਦਾ ਕਿ ਇਹ ਜਨਰਲ ਦਾ ਡੌਗ ਹੈ, ਪਰ ਐਂਡ ਵਿੱਚ ਜਦੋਂ ਇਹ ਕਨਫਰਮ ਹੋ ਜਾਂਦਾ ਕਿ ਜਨਰਲ ਦੇ ਬ੍ਰਦਰ ਵਲੈਡੀਮੀਰ ਇਵੈਂਚ ਦਾ ਡੌਗ ਹੈ, ਤੇ ਉਸ ਡੌਗ ਨੂੰ ਆਪਣੇ ਮਾਲਕ ਕੋਲ ਭੇਜ ਦਿੰਦਾ, ਤੇ ਹਰੂਕਿਨ ਨੂੰ ਹੀ ਗੁੱਸੇ ਹੋ ਜਾਂਦਾ ਤੇ ਉਹ ਆਪਣਾ ਜਿਹੜੀ ਸਿਚੁਏਸ਼ਨ ਦੇ ਅਕੋਰਡਿੰਗਲੀ ਆਪਣਾ ਸਟੈਂਸ ਚੇਂਜ ਕਰ ਲੈਂਦਾ, ਤੇ ਇਸ ਕਰਕੇ ਕਮੇਡੀਅਨ ਜਿਹੜਾ ਟਾਈਟਲ ਹੈ ਉਹ ਬਿਲਕੁਲ ਜਸਟੀਫਾਈਡ ਹੈ। ਹੁਣ ਅਸੀਂ ਕਰਦੇ ਹਾਂ ਨੈਕਸਟ ਕੁਐਸਚਨ, ਤੇ ਗਿਵ ਅ ਬਰੀਫ ਕੈਰੈਕਟਰ ਸਕੈਚ ਆਫ ਓਚੋ ਮੈਲੋ। ਔਰ यहाँ क्वेश्चन इस तरह भी आ सकता है, व्हाई डिड ओचो मैलो statement keep on changing regarding Hawkins complaint, या ओचो मैलो took off or put on his coat with every new statement, what does this show। ਤੇ ਇਸ ਵਿੱਚ ਅਸੀਂ ਓਚੋ ਮੈਲੋ ਦਾ ਕੈਰੈਕਟਰ ਸਕੈਚ ਲਿਖਣਾ, ਤੇ ਤਿੰਨ ਤਰੀਕਿਆਂ ਨਾਲ ਇਹ ਕੁਐਸਚਨ ਹੈ ਪੁੱਛਿਆ ਜਾ ਸਕਦਾ ਹੈ। ਤੇ ਅਸੀਂ ਇਸ ਵਿੱਚ ਵੀ ਉਹੀ ਲਿਖਣਾ, ਇੱਕ ਵਾਰੀ ਮੈਂ ਰੀਡ ਕਰ ਦਿੰਦਾ ਹਾਂ। ओचो मैलो is a police superintendent in a Russian town when Hawkins, a goldsmith, tells him that the dog has bitten him. He supports Rukin and announces that he would teach a lesson to the dog owner. When he is told that the dog belongs to General Ziegler, he takes a U-turn and begins to scold Rukin. He reverts back to his initial stance when the policeman hints that the dog did not belong to General. Later, when it is confirmed that the dog belongs to General's brother, Vladimir Ivanich, he sends the dog back to his master and speaks to Rukin in a threatening tone. He takes off or put on his coat with every new statement. He changes his stand as it suits him. He is like a chameleon. ਤੇ ਹੁਣ ਅਗਲਾ ਕੁਐਸਚਨ ਹੈ, ਗਿਵ ਅ ਬਰੀਫ ਕੈਰੈਕਟਰ ਸਕੈਚ ਆਫ Rukin। ਤੇ Rukin ਦੇ ਬਾਰੇ ਅਸੀਂ ਲਿਖਣਾ, ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ, Rukin is a goldsmith by profession. He is a shrewd man who wants to make easy money. ਉਹ ਚਲਾਕ ਬੰਦਾ ਜੋ ਕਿ easy money ਬਣਾਉਣਾ ਚਾਹੁੰਦਾ। He tells a police superintendent that a dog has bitten him. He claims damages for it because he won't be able to use his finger for a week. ਤੇ ਉਹ ਇੱਕ ਹਫਤੇ ਲਈ ਮੁਆਵਜ਼ੇ ਦੀ ਮੰਗ ਕਰਦਾ ਪੁਲਿਸ ਤੋਂ, ਕਿਉਂਕਿ ਉਹ ਕਹਿੰਦਾ ਕਿ ਉਹ ਆਪਣੇ ਫਿੰਗਰ ਨੂੰ ਇੱਕ ਹਫਤੇ ਲਈ ਯੂਜ਼ ਨਹੀਂ ਕਰ ਪਾਏਗਾ। People in the crowd say that Rukin is a liar. ਤੇ ਲੋਕ ਕਹਿੰਦੇ ਹਨ ਕਿ Rukin liar ਹੈ, ਝੂਠਾ ਹੈ। It was Rukin who put a cigarette on dog's face and the dog took the revenge by biting his finger. ਤੇ ਲੋਕਾਂ ਨੇ ਕਿਹਾ ਕਿ ਉਸਨੇ Rukin ਨੇ ਸਿਗਰਟ ਰੱਖ ਦਿੱਤੀ ਸੀਗੀ ਡੌਗ ਦੇ ਫੇਸ ਤੇ, ਤੇ ਡੌਗ ਨੇ ਬਦਲਾ ਲੈ ਲਿਆ। Ocho Mello, the police superintendent, at first seems to support Rukin, but later he changes his stance when he found that a dog belongs to General's brother Vladimir Ivanich. ਤੇ ਪਹਿਲਾਂ ਤੇ Ocho Mello ਉਸਨੂੰ ਸਪੋਰਟ ਕਰਦਾ, ਪਰ ਜਦੋਂ ਉਸਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਜਨਰਲ ਦੇ ਬ੍ਰਦਰ ਦਾ ਡੌਗ ਹੈ, ਤੇ ਆਪਣਾ ਜਿਹੜਾ ਸਟੈਂਡ, ਆਪਣੀ ਜਿਹੜੀ ਪੋਜੀਸ਼ਨ ਉਹ ਚੇਂਜ ਕਰ ਲੈਂਦਾ। At the end, crowd laughed at Rukin because he failed to get any damages for his bleeding finger. ਤੇ ਐਂਡ ਵਿੱਚ ਕੀ ਹੁੰਦਾ ਕਿ ਲੋਕੀ Rukin ਤੇ ਹੱਸਦੇ ਹਨ। ਕਿਉਂ ਹੱਸਦੇ ਹਨ? ਕਿਉਂਕਿ ਉਹ ਉਸਨੂੰ ਕੋਈ ਮੁਆਵਜ਼ਾ ਨਹੀਂ ਮਿਲ ਪਾਇਆ। ਅਗਲਾ ਕੁਐਸਚਨ ਹੈ, ਰਾਈਟ ਇਨ ਬਰੀਫ ਕੈਰੈਕਟਰ ਸਕੈਚ ਆਫ ਭੋਲੀ's ਟੀਚਰ। ਤੇ ਭੋਲੀ ਦੇ ਟੀਚਰ ਦੇ ਬਾਰੇ ਲਿਖਣਾ ਹੈ, ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ, ਭੋਲੀ's teacher was a kind lady। ਉਹ ਬਹੁਤ ਹੀ ਨੇਕ ਔਰਤ ਸੀਗੀ। She was very sympathetic with Bholi and showed her great love and affection. When Bholi could not tell her name and cried, she spoke to Bholi in a very soothing voice and encouraged her to tell her name again. She encouraged Bholi to come to school every day. She gave a new life to Bholi. She helped Bholi to build her self-esteem. When Bholi refused to marry Bishambar, she supported her decision of remaining single and becoming a teacher in her own school. She is an example of an ideal teacher. ਤੇ ਬਹੁਤ ਹੀ ਨੇਕ ਔਰਤ ਸੀਗੀ, ਉਸਨੂੰ ਉਸ ਦੇ ਮਨ ਵਿੱਚ ਭੋਲੀ ਪ੍ਰਤੀ ਹਮਦਰਦੀ ਸੀਗੀ, ਤੇ ਉਸਨੇ ਭੋਲੀ ਨੂੰ ਲਵ ਐਂਡ ਅਫੈਕਸ਼ਨ ਸ਼ੋ ਕੀਤਾ, ਬਹੁਤ ਹੀ ਪਿਆਰ ਨਾਲ ਗੱਲ ਕਰਦੀ ਸੀਗੀ। ਜਦੋਂ ਭੋਲੀ ਆਪਣਾ ਨਾਂ ਨਹੀਂ ਬੋਲ ਪਾਈ ਤਾਂ ਉਸਨੇ ਉਸਨੂੰ ਐਨਕਰੇਜ ਕੀਤਾ, ਉਸਨੂੰ ਹੌਸਲਾ ਦਿੱਤਾ ਕਿ ਉਹ ਆਪਣਾ ਨਾਂ ਦੁਬਾਰਾ ਤੋਂ ਬੋਲੇ। ਤੇ ਉਸ ਤੋਂ ਬਾਅਦ ਉਸਨੇ ਭੋਲੀ ਨੂੰ ਇਹ ਵੀ ਹੌਸਲਾ ਦਿੱਤਾ ਕਿ ਉਹ ਸਕੂਲ ਰੋਜ਼ ਆਏ, ਤੇ ਉਸਨੇ ਭੋਲੀ ਨੂੰ ਨਵੀਂ ਉਮੀਦ ਅਤੇ ਨਵੀਂ ਜ਼ਿੰਦਗੀ ਦਿੱਤੀ। ਤੇ ਉਸਨੇ ਇਹ ਵੀ ਸੈਲਫ ਐਸਟੀਮ ਵੀ, ਆਪਣੀ ਇੱਜ਼ਤ, ਆਪਣੀ ਸੈਲਫ ਐਸਟੀਮ ਬਿਲਡ ਕਰਨ ਵਿੱਚ ਉਸਨੇ ਭੋਲੀ ਦੀ ਮਦਦ ਕੀਤੀ। ਜਦੋਂ ਭੋਲੀ ਨੇ ਬਿਸ਼ੰਬਰ ਨਾਲ ਵਿਆਹ ਕਰਨ ਤੋਂ ਮਨਾ ਕਰਤਾ, ਤਾਂ ਵੀ ਉਸਦੇ ਟੀਚਰ ਨੇ ਉਸਦੇ ਡਿਸੀਜਨ ਨੂੰ ਸਪੋਰਟ ਕੀਤਾ। ਤੇ ਇਹ ਕਿਹੜੇ ਡਿਸੀਜਨ ਨੂੰ ਸਪੋਰਟ ਕੀਤਾ ਕਿ ਉਹ ਪੂਰੀ ਉਮਰ ਵਿਆਹ ਹੀ ਨਹੀਂ ਕਰੂਗੀ, ਤੇ ਟੀਚਰ ਬਣ ਜਿਸ ਸਕੂਲ ਵਿੱਚ ਉਹ ਪੜ੍ਹਦੀ ਸੀਗੀ ਉਸ ਵਿੱਚ ਉਹ ਟੀਚਰ ਬਣੂਗੀ। ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੀ ਭੋਲੀ ਦੀ ਟੀਚਰ ਹੈ ਉਹ ਇੱਕ ਆਈਡੀਅਲ ਟੀਚਰ ਦੀ ਇੱਕ ਐਗਜ਼ਾਮਪਲ ਹੈ। ਤੇ ਅਗਲਾ ਜਿਹੜਾ ਕੁਐਸਚਨ ਹੈ, ਰਾਈਟ ਇਨ ਬਰੀਫ ਦ अर्ਲੀ ਚਾਈਲਡਹੁੱਡ ਆਫ ਭੋਲੀ। ਤੇ ਭੋਲੀ ਦੇ ਬਚਪਨ ਦੇ ਬਾਰੇ ਲਿਖਣਾ ਹੈ, ਜਾਂ ਰਾਈਟ ਇਨ ਬਰੀਫ ਕੈਰੈਕਟਰ ਸਕੈਚ ਆਫ ਭੋਲੀ। ਤੇ ਇਸ ਵਿੱਚ ਨਾ ਅਸੀਂ ਦੋ ਪੈਰਾ ਬਣਾਏ ਹੋਏ ਨੇ। ਜੇ ਸਿਰਫ ਭੋਲੀ ਦੇ ਚਾਈਲਡਹੁੱਡ ਦੇ ਬਾਰੇ ਆ ਜਾਏ ਤਾਂ ਫਸਟ ਪੈਰਾ ਪੜ੍ਹਨਾ ਹੈ, ਜੇ ਪੂਰਾ ਕੈਰੈਕਟਰ ਸਕੈਚ ਆ ਜਾਏ ਤਾਂ ਸੈਕੰਡ ਪੈਰਾ ਵੀ ਪੜ੍ਹ ਲੈਣਾ। ਤੇ ਆਓ ਅਸੀਂ ਹੁਣ ਦੇਖਦੇ ਹਾਂ। ਜੇ ਸਿਰਫ ਕੁਐਸਚਨ ਹੈ ਕਿ ਚਾਈਲਡਹੁੱਡ ਦੇ ਬਾਰੇ ਲਿਖੋ ਤਾਂ ਅਸੀਂ ਕੀ ਲਿਖਣਾ? Poli's real name was Sulekha. ਉਸਦਾ ਅਸਲੀ ਨਾਮ ਸੁਲੇਖਾ ਸੀ। Since her childhood, everyone had been calling her Bholi. ਬਚਪਨ ਤੋਂ ਹੀ ਸਾਰੇ ਉਸ ਨੂੰ ਭੋਲੀ ਕਹਿੰਦੇ ਸਨ।
She had six siblings, three brothers and three sisters. उसਦੇ 6 ਭੈਣ ਭਰਾ ਸਨ, 3 ਉਸਦੇ ਬ੍ਰਦਰ ਸਨ, 3 ਭਰਾ ਸਨ ਤੇ 3 ਉਸਦੀਆਂ ਭੈਣਾਂ ਸਨ। She was the fourth daughter of ਰਾਮਲਾਲ ਤੇ ਉਹ ਰਾਮਲਾਲ ਦੀ ਚੌਥੀ ਡਾਟਰ ਸੀ, ਚੌਥੀ ਔਲਾਦ ਸੀ। When she was 10 months old, she fell off the court and it damaged some part of her brain. ਜਦੋਂ ਉਹ 10 ਮਹੀਨਿਆਂ ਦੀ ਸੀ, ਉਹ ਮੰਜੇ ਤੋਂ ਡਿੱਗ ਪਈ ਸੀਗੀ ਤੇ ਉਸਦੇ ਬ੍ਰੇਨ ਦਾ ਕੁਝ ਪਾਰਟ ਡੈਮੇਜ ਹੋ ਗਿਆ ਸੀ। That was why she remained a backward child. ਇਸ ਕਰਕੇ ਉਹ backward child ਸੀ and came to be known as Polly. ਤੇ ਇਸ ਕਰਕੇ ਉਸ ਨੂੰ ਲੋਕ Polly ਕਹਿੰਦੇ ਸਨ। Later an attack of smallpox developed pock marks all over her face. ਤੇ ਉਸ ਤੋਂ ਬਾਅਦ ਉਸ ਨੂੰ smallpox ਦੀ ਬਿਮਾਰੀ ਹੋ ਗਈ ਤੇ ਉਸਦੇ ਫੇਸ ਤੇ ਕਾਫੀ ਨਿਸ਼ਾਨ ਹੋ ਗਏ। She stammered while speaking. ਉਹ ਹਕਲਾ ਕੇ ਬੋਲਦੀ ਸੀ। ਤੇ ਹੋ ਗਿਆ अर्ਲੀ ਚਾਈਲਡਹੁੱਡ ਆਫ ਪੋਲੀ ਦੇ ਕੈਰੈਕਟਰ ਸਕੈਚ ਦੇ ਬਾਰੇ ਆ ਜਾਏ ਤੇ ਇਹ ਵਾਲਾ ਪੈਰਾ ਤੇ ਅਸੀਂ ਲਿਖਣਾ ਹੀ ਹੈ ਤੇ ਉਸ ਤੋਂ ਬਾਅਦ ਕੀ ਲਿਖਣਾ ਹੈ। Polly's teacher encouraged Polly to come to school every day and she gave a new hope and new life to Polly. ਤੇ ਉਸਦੀ ਟੀਚਰ ਨੇ ਉਸਨੂੰ ਐਨਕਰੇਜ ਕੀਤਾ ਕਿ ਉਹ ਸਕੂਲ ਰੋਜ਼ ਆਏ ਤੇ ਉਸਨੇ ਉਸਨੂੰ ਨਈ ਉਮੀਦ ਅਤੇ ਨਵੀਂ ਜ਼ਿੰਦਗੀ ਦਿੱਤੀ। She had Polly to build her self esteem ਤੇ ਉਸਨੇ ਭੋਲੀ ਨੂੰ ਆਪਣੀ ਇੱਜ਼ਤ, ਆਪਣੀ ਸੈਲਫ ਐਸਟੀਮ, ਆਤਮ सम्मान ਬਿਲਡ ਕਰਨ ਵਿੱਚ ਉਸਦੀ ਮਦਦ ਕੀਤੀ। Towards the end of the story, Polly became confident and she refused to marry a greedy person, December. ਤੇ ਸਟੋਰੀ ਦੇ ਕਹਾਣੀ ਦੇ ਅੰਤ ਵਿੱਚ ਉਹ ਭੋਲੀ ਕਾਫੀ ਕੌਨਫੀਡੈਂਟ ਹੋ ਗਈ ਤੇ ਉਸਨੇ ਇੱਕ ਲਾਲਚੀ ਅਤੇ ਮਤਲਬੀ ਇਨਸਾਨ ਪਿਸ਼ੰਬਰ ਨਾਲ ਵਿਆਹ ਕਰਨ ਤੋਂ ਮਨਾ ਕਰ ਦਿੱਤਾ। ਅਗਲਾ ਕੁਐਸਚਨ ਹੈ ਦਾ ਚੈਪਟਰ ਗੋਲਡ ਫਰੇਮ ਤੋਂ ਤੇ ਕੁਐਸਚਨ ਹੈ what impression do you gather about ਦੱਤਾ the frame maker? ਦੱਤਾ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਜਾਂ ਕੁਐਸਚਨ ਇਸ ਤਰ੍ਹਾਂ ਵੀ ਆ ਸਕਦਾ ਹੈ draw a brief character sketch of Datta the frame maker. ਦੱਤਾ ਦਾ ਪਾਤਰ ਚਿੱਤਰਣ character sketch ਕਰੋ ਤੇ ਇਸ ਵਿੱਚ ਅਸੀਂ ਕੀ ਲਿਖ ਸਕਦੇ ਹਾਂ? Datta was a frame maker by profession. He was the owner of the modern frameworks. The shop was a large wooden box between a medical store and a radio repair shop. ਤੇ ਦੱਤਾ ਇੱਕ ਫਰੇਮ ਮੇਕਰ ਸੀਗਾ ਤੇ ਉਹ ਮਾਡਰਨ ਫਰੇਮਵਰਕਸ ਦੁਕਾਨ ਦਾ ਮਾਲਕ ਸੀਗਾ ਤੇ ਉਹ ਦੁਕਾਨ ਇੱਕ ਵੁਡਨ ਫਰੇਮ ਬਾਕਸ ਸੀਗਾ, ਇੱਕ ਖੋਖਾ ਸੀਗਾ ਬਿਟਵੀਨ ਅ ਮੈਡੀਕਲ ਸਟੋਰ ਐਂਡ ਅ ਰੇਡੀਓ ਰਿਪੇਅਰ ਸ਼ਾਪ। ਜਿਸ ਤੋਂ ਬਾਅਦ ਦੱਤਾ ਦੇ ਬਾਰੇ ਲਿਖਿਆ ਹੀ ਹੈਡ ਅ ਕਰਵਡ ਫਿਗਰ, ਉਸਦੀ ਕਰਵਡ ਫਿਗਰ ਸੀਗੀ। ਹੀ ਵੋਰ ਸਿਲਵਰ ਰਿਮਡ ਗਲਾਸਿਸ, ਉਹ ਸਿਲਵਰ ਰਿਮਡ ਗਲਾਸਿਸ ਐਨਕਾਂ ਮੰਨਦਾ ਸੀਗਾ। ਹੀ ਵਾਸ ਅ ਸਾਇਲੈਂਟ ਐਂਡ ਹਾਰਡ ਵਰਕਿੰਗ ਮੈਨ, ਉਹ ਚੁੱਪ ਰਹਿਣ ਵਾਲਾ ਤੇ ਮਿਹਨਤੀ ਬੰਦਾ ਸੀਗਾ। ਹੀ ਗੇਵ ਬਰੀਫ ਆਨਸਰਸ ਟੂ ਕੁਐਸਚਨਸ ਹਿਸ ਕਸਟਮਰਸ ਆਸਕਡ, ਜੋ ਵੀ ਕਸਟਮਰ ਪੁੱਛਦਾ ਸੀਗਾ ਉਸਦਾ ਛੋਟਾ ਜਿਹਾ ਆਨਸਰ ਦਿੰਦਾ ਸੀਗਾ। He strongly discouraged casual friends who wanted to have gossip with him. ਜੋ ਵੀ ਗੱਪਸ਼ਪ ਕਰਨ ਉਸਦੇ ਦੁਕਾਨ ਤੇ ਲੋਕ ਆਉਂਦੇ ਸੀਗੇ ਉਹਨਾਂ ਨੂੰ ਇਹ ਜ਼ਿਆਦਾ ਇਕੱਠਾ ਨਹੀਂ ਸੀ ਕਰਦਾ, ਡਿਸਕਰੇਜ ਕਰਦਾ ਸੀਗਾ। He knew how to handle his customers. ਉਸਨੂੰ ਪਤਾ ਸੀਗਾ ਵੀ ਕਸਟਮਰਸ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ। Datta was a diligent and hard working man. ਉਹ ਮਿਹਨਤੀ ਅਤੇ ਹਾਰਡ ਵਰਕਿੰਗ ਬੰਦਾ ਸੀਗਾ। ਅਗਲਾ ਕੁਐਸਚਨ ਹੈ Datta found a solution of his problem. Did it really work for him? Justify your answer. ਤੇ ਦੱਤਾ ਨੂੰ ਆਪਣੀ ਪ੍ਰੋਬਲਮ ਦਾ ਜਿਹੜਾ ਸੋਲੂਸ਼ਨ ਹੈ ਮਿਲ ਗਿਆ ਸੀਗਾ ਕਿ ਸੋਲੂਸ਼ਨ ਨੇ ਵਰਕ ਕੀਤਾ ਕਿ ਨਹੀਂ। ਤੇ ਕੀ ਸੋਲੂਸ਼ਨ ਮਿਲਿਆ ਸੀਗਾ ਕਿ ਫਰੇਮ ਨੂੰ ਕਿ ਫੋਟੋ ਨੂੰ ਬਦਲ ਕੇ ਕਿਸੇ ਹੋਰ ਦੀ ਫੋਟੋ ਲਗਾ ਦਿਓ ਡੈਮੇਜ ਫੋਟੋ ਦੇ ਬਦਲੇ। ਤੇ ਅਸੀਂ ਦੇਖਦੇ ਹਾਂ ਇਸ ਆਨਸਰ ਵਿੱਚ ਅਸੀਂ ਕੀ ਲਿਖਣਾ। The framed photograph of the customer's grandfather was to be delivered in the next 3 days. ਕਿ ਅਗਲੇ 3 ਦਿਨਾਂ ਵਿੱਚ framed photograph ਨੂੰ ਡਿਲੀਵਰ ਕਰਨਾ ਸੀ। Datta had ruined it by dropping paint over it and rubbing it. ਦੱਤਾ ਨੇ ਉਸ ਦੇ ਉੱਪਰ ਪੇਂਟ ਸੁੱਟ ਦਿੱਤਾ ਅਤੇ ਉਹ ਫੋਟੋ ਨੂੰ ਰੱਬ ਕਰ ਦਿੱਤਾ ਜਿਸ ਕਾਰਨ ਉਹ ਫੋਟੋ ਖਰਾਬ ਹੋ ਗਈ। He decided to replace the photograph with that of a similar looking man. ਤੇ ਉਸਨੇ ਇਹ ਸੋਚਿਆ ਕਿ ਉਹ ਕਿਸੇ ਹੋਰ ਬੰਦੇ ਦੀ ਫੋਟੋ ਨਾਲ ਉਸ ਫੋਟੋ ਨੂੰ ਬਦਲ ਦੇਵੇਗਾ। When the customer saw the photograph, he said to Datta, ਜਦੋਂ ਕਸਟਮਰ ਨੇ ਫੋਟੋ ਦੇਖੀ ਤਾਂ ਉਸਨੇ ਦੱਤਾ ਨੂੰ ਕੀ ਕਿਹਾ what have you done? ਤੂੰ ਇਹ ਕੀ ਕੀਤਾ? Datta feared that his trick had been discovered. ਤੇ ਦੱਤਾ ਨੂੰ ਇਹ ਲੱਗਿਆ ਵੀ ਉਸ ਦੀ ਜਿਹੜੀ ਟ੍ਰਿਕ ਹੈ ਉਹ ਫੜੀ ਜਾਊਗੀ। But the customer said that he had asked for a cut mount frame with an oval shape. ਤੇ ਕਸਟਮਰ ਨੇ ਕਿਹਾ ਕਿ ਉਸਨੇ ਕੱਟ ਮਾਊਂਟ ਫਰੇਮ ਮੰਗਿਆ ਸੀਗਾ ਓਵਲ ਸ਼ੇਪ ਵਾਲਾ, but it was a square one. But ਐ ਤੇ ਸਕੁਅਰ ਫਰੇਮ ਦਿੱਤਾ। He took the frame and went away. ਤੇ ਉਹ ਜਿਹੜਾ ਕਸਟਮਰ ਹੈ ਉਹ ਫਰੇਮ ਲੈ ਕੇ ਚਲਾ ਗਿਆ। So Datta's solution to the problem of spoiled photograph worked well. ਤੇ ਦੱਤਾ ਦਾ ਜਿਹੜਾ ਸੋਲੂਸ਼ਨ ਹੈ ਇਸਨੇ ਵਰਕ ਕੀਤਾ। ਅਗਲਾ ਕੁਐਸਚਨ ਹੈ ਜਸਟੀਫਾਈ ਦ ਟਾਈਟਲ ਆਫ ਦ ਸਟੋਰੀ ਦ ਬੁਲ ਬੀਨੀਥ ਦ ਅਰਥ। ਕੀ ਧਰਤੀ ਹੇਠਲਾ ਬਲਦ ਦ ਬੁਲ ਬੀਨੀਥ ਦ ਅਰਥ ਕੀ ਟਾਈਟਲ ਹੈ ਜਸਟੀਫਾਈਡ ਹੈ, ਸਹੀ ਹੈ ਜਾਂ ਨਹੀਂ। ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਦ ਟਾਈਟਲ ਆਫ ਦ ਸਟੋਰੀ ਦ ਬੁਲ ਬੀਨੀਥ ਦ ਅਰਥ ਇਜ਼ ਐਪਰੋਪ੍ਰੀਏਟ ਕਿ ਬਿਲਕੁਲ ਸਹੀ ਟਾਈਟਲ ਹੈ। ਇਟ ਇਜ਼ ਸੈਡ ਦੈਟ ਦ ਐਂਟਾਇਰ ਅਰਥ ਰੈਸਟ ਅਪਨ ਦ ਹੌਰਨਸ ਆਫ ਅ ਬੁਲ ਬੀਨੀਥ ਦ ਅਰਥ। ਤੇ ਇਹ ਮੰਨਿਆ ਜਾਂਦਾ ਕਿ ਪੂਰੀ ਧਰਤੀ ਦਾ ਭਾਰ ਇੱਕ ਬਲਦ ਨੇ ਆਪਣੇ ਸਿੰਗਾਂ ਉੱਤੇ ਚੁੱਕਿਆ ਹੋਇਆ। ਦ ਬੁਲ ਹੈਡ ਦ ਕੈਪੈਸਿਟੀ ਟੂ ਬੀਅਰ ਦ ਬਰਡਨ ਆਫ ਐਂਟਾਇਰ ਅਰਥ ਕਿ ਉਸ ਬਲਦ ਦੀ ਇੰਨੀ ਕੈਪੈਸਿਟੀ ਹੈ ਕਿ ਉਹ ਪੂਰੀ ਧਰਤੀ ਦਾ ਭਾਰ ਸਹਿ ਸਕਦਾ। In the story, Karam Singh's father is compared to a bull. ਤੇ ਇਸ ਕਹਾਣੀ ਵਿੱਚ ਕਰਮ ਸਿੰਘ ਦੇ ਫਾਦਰ ਨੂੰ, ਕਰਮ ਸਿੰਘ ਦੇ ਪਿਤਾ ਜੀ ਨੂੰ, ਉਸਦੇ ਪਿਓ ਨੂੰ ਉਸ ਬੁਲ ਨਾਲ, ਉਸ ਬਲਦ ਨਾਲ ਕੰਪੇਅਰ ਕੀਤਾ ਗਿਆ। He is burdened by his personal sorrows due to the untimely death of his son Karam Singh. ਕਿ ਉਸਦੇ ਪੁੱਤਰ ਕਰਮ ਸਿੰਘ ਦੀ ਮੌਤ ਦੇ ਕਾਰਨ ਉਸਦੇ ਉੱਪਰ ਕਾਫੀ ਜ਼ਿਆਦਾ ਭਾਰ ਹੈ। He did not want to disclose the same to Man Singh.
ਤੇ ਉਹ ਮਾਨ ਸਿੰਘ ਨੂੰ ਇਹ ਗੱਲ ਦੱਸਣਾ ਨਹੀਂ ਚਾਹੁੰਦਾ। he thought it would spoil his holidays ਕਿ ਉਸਨੂੰ ਇਹ ਲੱਗਦਾ ਹੈ ਵੀ ਉਸੇ ਛੁੱਟੀ ਖਰਾਬ ਨਾ ਹੋ ਜਾਏ, ਮਾਨ ਸਿੰਘ ਦੀ ਛੁੱਟੀ ਖਰਾਬ ਨਾ ਹੋ ਜਾਏ, ਇਸ ਕਰਕੇ ਮਾਨ ਸਿੰਘ ਨੂੰ ਆਪਣੇ ਪੁੱਤਰ ਦੀ ਮੌਤ ਦੀ ਗੱਲ ਨਹੀਂ ਦੱਸਣਾ ਚਾਹੁੰਦਾ। He is compared to a bull who is supposed to carry the burden of entire earth। ਤੇ ਇਸ ਕਰਕੇ ਉਸਦਾ ਜਿਹੜਾ ਕੰਪੈਰੀਜ਼ਨ ਹੈ ਉਸ ਬਲਦ ਨਾਲ ਕੀਤਾ ਗਿਆ ਹੈ। ਅਗਲਾ ਗਿਵ ਅ ਬਰੀਫ ਕੈਰੈਕਟਰ ਸਕੈਚ ਆਫ ਕਰਮ ਸਿੰਘ's ਫਾਦਰ। ਤੇ ਹੁਣ ਕਰਮ ਸਿੰਘ ਦੇ ਫਾਦਰ ਦਾ ਅਸੀਂ ਕੈਰੈਕਟਰ ਸਕੈਚ ਕਰਨਾ ਹੈ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਕਰਮ ਸਿੰਘ's ਫਾਦਰ ਵਾਸ ਐਨ 올ਡ ਮੈਨ। ਉਹ ਇੱਕ ਬਜ਼ੁਰਗ ਬੰਦਾ ਸੀਗਾ। ਹੀ ਵਾਸ ਅ ਫਾਰਮਰ ਇਨ ਦਾ ਵਿਲੇਜ ਠੱਠੀ ਖਾਰਾ ਸਿਚੁਏਟਡ ਇਨ ਮਾਝਾ ਰੀਜਨ ਆਫ ਪੰਜਾਬ। ਕਿ ਉਹ ਠੱਠੀ ਖਾਰਾ ਪਿੰਡ ਵਿੱਚ ਇੱਕ ਕਿਸਾਨ ਸੀਗਾ। ਹੀ ਹੈਡ ਟੂ ਸਨਸ। ਉਸਦੇ ਦੋ ਪੁੱਤਰ ਸਨ, ਕਰਮ ਸਿੰਘ ਐਂਡ ਜਸਵੰਤ ਸਿੰਘ। ਹੀ ਹੈਡ ਦਾ ਕੈਪੈਸਿਟੀ ਟੂ ਅਬਜ਼ੌਰਬ ਸ਼ੌਕਸ ਕਿ ਉਸਨੂੰ ਸ਼ੌਕ ਸਹਿਣ ਦੀ ਕੈਪੈਸਿਟੀ ਸੀਗੀ ਉਸ ਵਿੱਚ। ਸ਼ੌਕ ਦਾ ਮਤਲਬ ਹੈ ਦੁੱਖ ਤਕਲੀਫਾਂ। He did not want to disclose to ਮਾਨ ਸਿੰਘ about ਕਰਮ ਸਿੰਘ's untimely death। ਉਹ ਮਾਨ ਸਿੰਘ ਨੂੰ ਕਰਮ ਸਿੰਘ ਦੀ ਮੌਤ ਦੇ ਬਾਰੇ ਨਹੀਂ ਦੱਸਣਾ ਚਾਹੁੰਦਾ ਸੀ। He thought that the sad news would spoil his holidays ਕਿ ਉਸਨੂੰ ਇਹ ਲੱਗਦਾ ਸੀਗਾ ਵੀ ਇਹ ਜਿਹੜੀ ਦੁੱਖ ਭਰੀ ਖਬਰ ਹੈ ਇਹ ਉਸਦੀ ਛੁੱਟੀਆਂ ਖਰਾਬ ਨਾ ਕਰ ਦੇਣ। So he is compared to a bull who is supposed to carry the burden of the entire earth। ਤੇ ਇਸ ਕਰਕੇ ਉਸਦੀ ਤੁਲਨਾ ਹੈ, ਉਸਦਾ ਜਿਹੜਾ ਕੰਪੈਰੀਜ਼ਨ ਹੈ ਧਰਤੀ ਹੇਠਾਂ ਬਲਦ ਨਾਲ ਕੀਤਾ ਗਿਆ ਹੈ। ਅਗਲਾ ਕੁਐਸਚਨ ਹੈ ਗਿਵ ਅ ਬਰੀਫ ਕੈਰੈਕਟਰ ਸਕੈਚ ਆਫ ਕਰਮ ਸਿੰਘ। ਤੇ ਇਸ ਵਿੱਚ ਅਸੀਂ ਕਰਮ ਸਿੰਘ ਦਾ ਪਾਤਰ ਚਿੱਤਰਨ ਕਰਨਾ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਹੀ ਵਾਸ ਸਰਵਿੰਗ ਇਨ ਅ ਬਟਾਲੀਅਨ ਇਨ ਦਾ ਬਰਮਾ ਫਰੰਟ। ਉਹ ਬਟਾਲੀਅਨ ਵਿੱਚ ਉਹ ਸਰਵ ਕਰ ਰਿਹਾ ਸੀਗਾ ਬਰਮਾ ਫਰੰਟ ਤੇ। ਹੀ ਬਿਲੋਂਗ ਟੂ ਅ ਵਿਲੇਜ ਠੱਠੀ ਖਾਰਾ ਨੀਅਰ ਅੰਮ੍ਰਿਤਸਰ। ਤੇ ਉਸਦਾ ਪਿੰਡ ਹੈ ਠੱਠੀ ਖਾਰਾ ਨੀਅਰ ਅੰਮ੍ਰਿਤਸਰ। ਹੀ ਵਾਸ ਵੈਰੀ ਪਪੂਲਰ ਇਨ ਦਾ ਵਿਲੇਜ। ਉਹ ਆਪਣੇ ਵਿਲੇਜ ਵਿੱਚ ਆਪਣੇ ਪਿੰਡ ਵਿੱਚ ਬਹੁਤ ਪਪੂਲਰ ਸੀਗਾ, ਫੇਮਸ ਸੀਗਾ। ਹੀ ਵਾਸ ਮਾਨ ਸਿੰਘ's ਫਾਸਟ ਫਰੈਂਡ। ਉਹ ਮਾਨ ਸਿੰਘ ਦਾ ਪੱਕਾ ਮਿੱਤਰ ਸੀਗਾ। ਕਰਮ ਸਿੰਘ was a crack shot। ਉਸਦੀ ਗੋਲੀ ਦਾ ਨਿਸ਼ਾਨਾ ਬਹੁਤ ਤੇਜ਼ ਸੀਗਾ। his bullets never missed the target। he used to be very good performer in shooting competition। ਮੁਕਾਬਲਿਆਂ ਵਿੱਚ ਵੀ ਉਸਦਾ ਨਿਸ਼ਾਨਾ ਅਚੂਕ ਹੁੰਦਾ ਸੀਗਾ। ਕਰਮ ਸਿੰਘ was killed when ਮਾਨ ਸਿੰਘ was on leave। ਜਦੋਂ ਮਾਨ ਸਿੰਘ ਛੁੱਟੀਆਂ ਤੇ ਗਿਆ ਤਾਂ ਕਰਮ ਸਿੰਘ ਦੀ ਮੌਤ ਹੋ ਗਈ। his death was a great loss to everyone who had known him। ਤੇ ਉਸਦੀ ਮੌਤ ਬਹੁਤ ਜ਼ਿਆਦਾ ਲਾਸ ਸੀਗਾ ਉਹਨਾਂ ਲੋਕਾਂ ਦੇ ਲਈ ਜੋ ਕਿ ਉਸਨੂੰ ਜਾਣਦੇ ਸਨ। ਅਗਲਾ ਕੁਐਸਚਨ ਹੈ ਗਿਵ ਅ ਬਰੀਫ ਕੈਰੈਕਟਰ ਸਕੈਚ ਆਫ ਮਾਨ ਸਿੰਘ। ਮਾਨ ਸਿੰਘ ਦਾ ਪਾਤਰ ਚਿੱਤਰਨ ਕਰਨਾ ਹੈ, ਉਸਦੇ ਕੈਰੈਕਟਰ ਸਕੈਚ ਦੇ ਬਾਰੇ ਅਸੀਂ ਲਿਖਣਾ ਹੈ। ਹਾਂਜੀ ਤੇ ਇਸ ਵਿੱਚ ਅਸੀਂ ਲਿਖ ਸਕਦੇ ਹਾਂ ਮਾਨ ਸਿੰਘ ਵਾਸ ਐਨ ਨਾਇਕ ਇਨ ਦਾ ਬ੍ਰਿਟਿਸ਼ ਇੰਡੀਅਨ ਆਰਮੀ। ਤੇ ਮਾਨ ਸਿੰਘ ਹੈ ਉਹ ਨਾਇਕ ਸੀਗਾ ਬ੍ਰਿਟਿਸ਼ ਇੰਡੀਅਨ ਆਰਮੀ ਦੇ ਵਿੱਚ ਡਿਊਰਿੰਗ ਦ ਸੈਕੰਡ ਵਰਲਡ ਵਾਰ। ਤੇ ਸੈਕੰਡ ਵਰਲਡ ਵਾਰ ਵਿੱਚ ਉਹ ਇੱਕ ਨਾਇਕ ਸੀਗਾ। ਹੀ ਬਿਲੋਂਗ ਟੂ ਵਿਲੇਜ ਚੂਹਰ ਖਾਣਾ। ਤੇ ਉਹ ਚੂਹਰ ਖਾਣਾ ਉਸਦਾ ਪਿੰਡ ਸੀਗਾ। He was ਕਰਮ ਸਿੰਘ's fast friend। ਤੇ ਕਰਮ ਸਿੰਘ ਦਾ ਪੱਕਾ ਮਿੱਤਰ ਸੀਗਾ। Both of them were serving together in the battalion on the Burma front। ਤੇ ਦੋਹਾਂ ਦੀ ਡਿਊਟੀ ਲੱਗੀ ਸੀਗੀ ਬਟਾਲੀਅਨ ਕਿਹੜੀ ਬਟਾਲੀਅਨ ਵਿੱਚ ਬਰਮਾ ਫਰੰਟ ਤੇ। During the war days he had to go on leave। ਤੇ ਜੰਗ ਦੇ ਦਿਨਾਂ ਵਿੱਚ ਉਸ ਨੂੰ ਛੁੱਟੀ ਜਾਣਾ ਪੈ ਗਿਆ ਮਾਨ ਸਿੰਘ ਨੂੰ। ਕਰਮ ਸਿੰਘ told ਮਾਨ ਸਿੰਘ to go to his village ਠੱਠੀ ਖਾਰਾ in district ਅੰਮ੍ਰਿਤਸਰ। ਤੇ ਜਦੋਂ ਛੁੱਟੀ ਜਾ ਰਿਹਾ ਸੀਗਾ ਤੇ ਕਰਮ ਸਿੰਘ ਨੇ ਇਹ ਕਿਹਾ ਕਿ ਮਾਨ ਸਿੰਘ ਨੂੰ ਕਿ ਮੇਰੇ ਪਿੰਡ ਵੀ ਹੁੰਦਾ ਹੈ। ਕਰਮ ਸਿੰਘ had died when ਮਾਨ ਸਿੰਘ was on leave। ਤੇ ਜਦੋਂ ਮਾਨ ਸਿੰਘ ਛੁੱਟੀ ਗਿਆ ਹੋਇਆ ਸੀ ਤੇ ਕਰਮ ਸਿੰਘ ਦੀ ਮੌਤ ਹੋ ਗਈ। ਮਾਨ ਸਿੰਘ was not aware about ਕਰਮ ਸਿੰਘ's death। ਤੇ ਮਾਨ ਸਿੰਘ ਨੂੰ ਉਸਦੀ ਮੌਤ ਆਪਣੇ ਮਿੱਤਰ ਕਰਮ ਸਿੰਘ ਦੀ ਮੌਤ ਦੇ ਬਾਰੇ ਪਤਾ ਨਹੀਂ ਸੀ। ਕਰਮ ਸਿੰਘ's family members did not want to disclose to ਮਾਨ ਸਿੰਘ about ਕਰਮ ਸਿੰਘ's untimely death। ਤੇ ਕਰਮ ਸਿੰਘ ਦੇ ਫੈਮਿਲੀ ਮੈਂਬਰਸ ਇਸ ਗੱਲ ਨੂੰ ਮਾਨ ਸਿੰਘ ਨੂੰ ਨਹੀਂ ਸੀ ਦੱਸਣਾ ਚਾਹੁੰਦੇ। they thought the sad news would spoil his holidays। ਉਹਨਾਂ ਨੂੰ ਇਹ ਲੱਗਿਆ ਵੀ ਜਿਹੜੀ ਹੈ ਦੁੱਖ ਭਰੀ ਖਬਰ ਹੈ ਉਸਦੀ ਛੁੱਟੀਆਂ ਖਰਾਬ ਨਾ ਕਰ ਦੇਣ। It was a village postman who broke the news of Karam Singh's death to ਮਾਨ ਸਿੰਘ। ਤੇ ਪੋਸਟਮੈਨ ਨੇ ਇਹ ਗੱਲ ਦੱਸੀ ਮਾਨ ਸਿੰਘ ਨੂੰ ਤੇ ਮਾਨ ਸਿੰਘ was shocked to know about the death of his friend। ਤੇ ਮਾਨ ਸਿੰਘ ਨੂੰ ਆਪਣੇ ਮਿੱਤਰ ਦੀ ਮੌਤ ਦੀ ਖਬਰ ਸੁਣ ਕੇ ਇੱਕ ਸ਼ੌਕ ਲੱਗਿਆ ਤੇ ਉਹ ਸ਼ੌਕਡ ਹੋ ਗਿਆ। ਤੇ ਦੋਸਤੋ ਇਹ ਸੀਗੇ ਲੌਂਗ ਕੁਐਸਚਨ ਆਨਸਰ ਫਰਮ ਦ ਸੈਕਸ਼ਨ ਸੀ। ਮਿਲਾਂਗੇ ਆਪ ਸਾਰਿਆਂ ਨੂੰ ਅਗਲੇ ਵੀਡੀਓ ਦੇ ਵਿੱਚ। ਉਦੋਂ ਤੱਕ ਆਪਣੇ ਅਧਿਆਪਕ ਸਰਦਾਰ ਹਰਵਿੰਦਰ ਸਿੰਘ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।